ਹੈਲੋ ਗਾਇਸ, ਵੈਲਕਮ ਟੂ ਜੀਕੇ ਪਾਠਸ਼ਾਲਾ। ਅੱਜ ਆਪਾਂ ਕਰਨ ਜਾ ਰਹੇ ਹਾਂ ਪ੍ਰੀਵੀਅਸ ਈਅਰ ਕੁਐਸਚਨ ਨੇ ਮਾਸਟਰ ਕੈਡਰ ਦੇ ਫਿਜ਼ਿਕਸ ਦੇ ਸੋਲਵਡ ਕੁਐਸਚਨ ਨੇ, ਠੀਕ ਹੈ। ਅਤੇ ਜੇ ਤੁਸੀਂ ਮੈਂ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ। ਫਸਟ ਕੁਐਸਚਨ ਹੈ, ਫਸਟ ਨੂਮੈਰੀਕਲ ਹੈ ਫਿਜ਼ਿਕਸ ਦਾ ਪ੍ਰੀਵੀਅਸ ਈਅਰ 'ਚੋਂ। ਇਹਦੇ ਵਿੱਚ ਆਪਾਂ ਨੂੰ ਕੀ ਸੀ, ਪਰਮੀਏਬਿਲਿਟੀ ਅਤੇ ਪਰਮਿਟੀਵਿਟੀ ਗਿਵਨ ਸੀ, ਅਤੇ ਸੀ ਕੀ ਹੋ ਗਈ ਵੈਲੋਸਿਟੀ ਆਫ ਲਾਈਟ 3×10⁸ ਮੀਟਰ ਪਰ ਸੈਕਿੰਡ। ਆਪਾਂ ਨੂੰ ਕੀ ਕਿਹਾ ਸੀ, ਬਲੂ ਲਾਈਟ ਦੀ ਆਪਾਂ ਵੈਲੋਸਿਟੀ ਪਤਾ ਕਰਨੀ ਸੀ, ਫੇਸ ਵੈਲੋਸਿਟੀ। ਫੇਸ ਵੈਲੋਸਿਟੀ ਦਾ ਫਾਰਮੂਲਾ ਹੁੰਦਾ ਹੈ C/√μ E μ ਐਪਸਾਈਲਨ। ਇਹ ਸੋਲਵ ਕਰਾਂਗੇ C/√2.1। ਇਹਦੀ ਵੈਲਿਊ ਆਪਾਂ ਕੱਢ ਸਕਦੇ ਹਾਂ। C ਦੀ ਵੈਲਿਊ ਆਪਾਂ ਨੂੰ ਗਿਵਨ ਹੈ 3×10⁸ ਮੀਟਰ ਸਪੀਡ ਆਫ ਲਾਈਟ। ਅੱਗੇ ਨੈਕਸਟ ਵਨ ਹੈਗਾ ਗ੍ਰੇਡੀਅੰਟ ਆਫ H। ਗ੍ਰੇਡੀਅੰਟ ਆਫ H ਦੇ ਵਿੱਚ ਕੀ ਹੈ, ਹੁਣ ਆਪਾਂ ਨੂੰ ਗਿਵਨ ਸੀ ∇×H = curly D/T+J। it implies that ∇×H multiply by this = 0। ਇਹਨੂੰ ਸੋਲਵ ਕਰ ਸਕਦੇ ਹਾਂ ਆਪਾਂ। ਅੱਗੇ ਪ੍ਰੋਪਰਟੀਜ਼ ਆਫ ਮਿਓਨ ਰਿਸੈਂਬਲ ਵਿਦ ਇਲੈਕਟ੍ਰੋਨਸ। ਇਹਦੇ ਵਿੱਚ ਆਪਾਂ ਨੂੰ ਪੁੱਛਿਆ ਹੋਇਆ ਸੀ ਵੀ ਜਿਹੜੇ ਮਿਓਨਸ ਦੀਆਂ ਉਹਦੀ ਕਿਸ ਪ੍ਰੋਪਰਟੀਜ਼ ਕਿਸ ਨਾਲ ਰਿਸੈਂਬਲ ਕਰਦੀਆਂ ਨੇ। ਫਿਰ ਇਹਦੇ ਵਿੱਚ ਆਪਸ਼ਨ ਸੀ ਇਲੈਕਟ੍ਰੋਨਸ, ਪ੍ਰੋਟੋਨਸ, ਨਿਊਟਰੋਨਸ, ਨਨ ਆਫ ਦੀਜ਼। ਇਹਦੇ ਵਿੱਚ ਕੀ ਹੁੰਦਾ, ਪ੍ਰੋਪਰਟੀਜ਼ ਆਫ ਜਿਹੜੀ ਨਿਓਨ ਹੁੰਦੀ ਹੈ ਉਹ ਰਿਸੈਂਬਲ ਕਰਦੇ ਨੇ ਇਲੈਕਟ੍ਰੋਨਸ ਨਾਲ। ਇਹ ਤੁਹਾਨੂੰ ਜੇ ਸਮੋਲ ਪਾਰਟੀਕਲ ਸਾਰੇ ਸਟੱਡੀ ਕਰਨੇ ਪੈਣਗੇ। ਨੈਕਸਟ ਵਨ ਹੈਗਾ ZXA ਡਿਕੇਜ਼ ਰੇਡੀਓ ਐਕਟੀਵਿਟੀ ਇਨ 2। ਅਲਫਾ ਮਿਸ਼ਨ ਅਤੇ ਬੀਟਾ ਮਿਸ਼ਨ ਹੁੰਦੇ ਆ। ਅਲਫਾ ਮਿਸ਼ਨ ਦੇਖੋ, ਹੁਣ ਅਲਫਾ ਮਿਸ਼ਨ ਕਿਸ ਤਰ੍ਹਾਂ ਹੁੰਦੀ ਆ। ZXA ਆਪਣੇ ਕੋਲ ਨਿਊਕਲੀਅਸ ਹੈ, ਇਹ ਪੇਰੈਂਟ ਨਿਊਕਲੀਅਸ ਹੈ। ਕਿਵੇਂ ਟੁੱਟਦਾ, ਹੀਲੀਅਮ ਪਾਰਟੀਕਲ ਬਾਹਰ ਨਿਕਲ ਜਾਂਦਾ ਤਾਂ ਐਟੋਮਿਕ ਨੰਬਰ ਡਿਕਰੀਜ਼ਿਜ਼ ਬਾਈ 4 ਐਟੋਮਿਕ ਨੰਬਰ ਡਿਕਰੀਜ਼ਿਜ਼ ਬਾਈ 2 ਐਂਡ ਮਾਸ ਨੰਬਰ ਇਜ਼ ਡਿਕਰੀਜ਼ਿਜ਼ ਬਾਈ 4। ਇਹਨੂੰ ਕਹਿੰਦੇ ਆਪਾਂ ਅਲਫਾ ਅਮਿਸ਼ਨ। ਇਹ ਆਪਣੀ ਅਲਫਾ ਮਿਸ਼ਨ ਹੈ। ਅਲਫਾ ਮਿਸ਼ਨ 'ਚ ਕੀ ਹੁੰਦਾ, ਆਪਣਾ ਕੀ ਹੈ, ਪੇਰੈਂਟ ਐਟਮ ਹੈ, ਠੀਕ ਹੈ। ਅਤੇ ਆਹ ਜਿਹਦੇ ਵਿੱਚੋਂ ਹੀਲੀਅਮ ਇਨਕਲੂਡ ਹੈ, ਹੀਲੀਅਮ ਵਿੱਚ ਕੀ ਇਹਨੂੰ ਕਹਿੰਦੇ ਆਪਾਂ ਅਲਫਾ ਮਿਸ਼ਨ। ਅਟੋਮਿਕ ਨੰਬਰ ਤਾਂ ZQ ਡਿਕਰੀਜ਼ਿਜ਼ ਬਾਈ 2 ਐਂਡ ਮਾਸ ਨੰਬਰ ਡਿਕਰੀਜ਼ਿਜ਼ ਬਾਈ 4। ਦੂਸਰੀ ਹੈਗੀ ਹੈ ਬੀਟਾ ਮਿਸ਼ਨ। ਦੋਨੋਂ ਇੰਪੋਰਟੈਂਟ ਨੇ। ਬੀਟਾ ਮਿਸ਼ਨ 'ਚ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਬੀਟਾ ਨੈਗੇਟਿਵ ਹੁੰਦੀ ਹੈ, ਇੱਕ ਬੀਟਾ ਪੋਜ਼ੀਟਿਵ। ਬੀਟਾ ਨੈਗੇਟਿਵ 'ਚ ਕੀ ਹੁੰਦਾ, ਐਂਟੀ ਨਿਊਟ੍ਰੀਨੋ ਪਾਰਟੀਕਲ ਬਾਹਰ ਨਿਕਲਦਾ, ਮਤਲਬ ਇੱਕ ਪਾਸੇ ਇਲੈਕਟ੍ਰੋਨ ਦਾ ਲੋਸ ਹੁੰਦਾ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ, ਅਟੋਮਿਕ ਨੰਬਰ ਇਨਕਰੀਜ਼ਿਜ਼ ਬਾਈ 1 ਐਂਡ ਮਾਸ ਨੰਬਰ ਰਿਮੇਨਜ਼ ਸੇਮ, ਪਲੱਸ1 ਇਲੈਕਟ੍ਰੋਨ ਪਲੱਸ ਐਂਟੀ ਨਿਊਟ੍ਰੀਨੋ ਪਾਰਟੀਕਲ। ਐਂਟੀ ਨਿਊਟ੍ਰੀਨ ਦੀ ਫਾਰਮ ਆਫ ਐਨਰਜੀ ਨਿਕਲ ਜਾਂਦਾ ਬਾਹਰ। ਅਤੇ ਬੀਟਾ ਪੋਜ਼ੀਟਿਵ 'ਚ ਕੀ ਹੁੰਦਾ, ਆਪਣਾ ਪੇਰੈਂਟ ਆਈਟਮ ਹੈ, ਇਹਦੇ ਵਿੱਚ ਕੀ ਹੈ, ਉਵੇਂ ਅਟੋਮਿਕ ਨੰਬਰ ਡਿਕਰੀਜ਼ਿਜ਼ ਬਾਈ 1 ਐਂਡ ਮਾਸ ਨੰਬਰ ਰਿਮੇਨ ਸੇਮ ਐਂਡ 1 ਪੋਜ਼ੀਟਰੋਨ ਆਊਟ, ਅਤੇ ਨਾਲ ਕੀ ਨਿਕਲੂ, ਨਿਊਟ੍ਰੀਨੋ, ਠੀਕ ਹੈ। ਬੀਟਾ ਨੈਗੇਟਿਵ 'ਚ ਇਲੈਕਟ੍ਰੋਨ ਬਾਹਰ ਨਿਕਲਦਾ, ਬੀਟਾ ਪੋਜ਼ੀਟਿਵ 'ਚ ਪੋਜ਼ੀਟਰੋਨ। ਨੈਕਸਟ ਵਨ ਹੈ, ਕਹਿੰਦੇ ਵਟ ਇਜ਼ ਦਾ ਐਨਰਜੀ ਲੈਵਲ ਆਫ ਹਾਈਡਰੋਜਨ ਐਟਮ ਇਨ ਪ੍ਰਿੰਸੀਪਲ ਆਫ ਕੁਆਂਟਮ ਨੰਬਰ ਐਂਡ ਅ ਪੋਜ਼ੀਟਿਵ ਕਾਂਸਟੈਂਟ A। ਇਹਦੇ ਵਿੱਚ ਆਪਾਂ ਨੂੰ ਐਨਰਜੀ ਲੈਵਲ ਪੁੱਛਿਆ ਸੀ ਹਾਈਡਰੋਜਨ ਐਟਮ ਦਾ। ਇਹਦਾ ਐਨਰਜੀ ਲੈਵਲ ਹੁੰਦਾ -A/n²। ਨੈਕਸਟ ਵਨ ਨੂਮੈਰੀਕਲ ਹੈ, ਕਹਿੰਦੇ ਪੋਜ਼ੀਟਿਵ ਕਾਇਓਨ ਹੈਜ਼ ਅ ਰੈਸਟ ਮਾਸ 494 ਮਾਈਕਰੋ ਇਲੈਕਟ੍ਰੋਵੋਲਟ ਪਰ ਸੈਂਟੀਮੀਟਰ ਸਕੇਅਰ ਐਂਡ ਪ੍ਰੋਟੋਨ 938 ਮੈਗਾ ਇਲੈਕਟ੍ਰੋਵੋਲਟ। ਕਿਓਨ ਹੈਜ਼ ਟੋਟਲ ਐਨਰਜੀ ਇਕੁਅਲ ਟੂ ਦਾ ਪ੍ਰੋਟੋਨ ਰੈਸਟ ਮਾਸ ਐਨਰਜੀ, ਦੈਨ ਸਪੀਡ ਆਫ ਦਾ ਕਿਓਨ ਇਜ਼। ਨੂਮੈਰੀਕਲ ਆਪਾਂ ਨੂੰ ਦੋਨਾਂ ਦਾ ਰੈਸਟ ਮਾਸ ਗਿਵਨ ਹੈ, ਪ੍ਰੋਟੋਨ ਅਤੇ ਕਿਓਨ ਦਾ। ਆਪਾਂ ਨੂੰ ਟੋਟਲ ਐਨਰਜੀ ਦੋਨਾਂ ਦੀ ਇਕੁਅਲ ਹੈ, ਅਤੇ ਆਪਾਂ ਕੀ ਪਤਾ ਕਰਨਾ, ਸਪੀਡ ਆਫ ਕਿਓਨ ਪਤਾ ਕਰਨੀ ਆਪਾਂ। ਦੇਖੋ ਹੁਣ ਐਨਰਜੀ ਕੀ ਹੈ, ਦੋਨਾਂ ਦੀ ਟੋਟਲ ਇਕੁਅਲ ਟੂ ਰੈਸਟ ਟੂ ਕੰਜ਼ਰਵੇਸ਼ਨ ਆਫ ਐਨਰਜੀ ਕਿਓਨ ਦੀ ਪ੍ਰੋਟੋਨ ਦੇ ਬਰਾਬਰ ਹੋਊਗੀ। ਇਹਦਾ ਫਾਰਮੂਲਾ ਕੀ ਹੈ, γ/mk² ਬਰਾਬਰ ਹੋਊ mp²। ਐਨਰਜੀ E = mc², ਨਿਊਟਨਸ ਇਕੁਏਸ਼ਨ, ਠੀਕ ਹੈ। ਹੁਣ ਗਾਮਾ ਕਿਹਦੇ ਬਰਾਬਰ ਆ ਜੂ, ਇਹਦੇ ਵਿੱਚ mp/mk, c² ਨਾਲ c²। ਦੇਖੋ ਇਹਦੇ ਵਿੱਚ ਜਿਵੇਂ ਆਹ ਐਨਰਜੀ ਇਕੁਅਲ ਆ ਗਈ, ਆਹ ਇਕੁਏਸ਼ਨ ਹੁੰਦੀ ਆਪਣੇ ਲਵੇ ਨਿਊਟਨਸ ਇਕੁਏਸ਼ਨ E = mc²। ਇਹੀ ਆਪਾਂ ਉਰੇ ਯੂਜ਼ ਕੀਤੀ ਹੈ, ਅਤੇ ਕਿਉਂ ਲਈ ਮੂਹਰੇ ਕੀ ਲਾਇਆ ਆਪਾਂ, ਗਾਮਾ ਕੋਫੀਸ਼ੀਐਂਟ ਹੈ ਇਹ, ਠੀਕ ਹੈ। ਗਾਮਾ = mp/mk, ਦੋਨਾਂ ਦਾ m ਕੀ ਇਹਦੇ ਵਿੱਚ ਰੈਸਟ ਮਾਸ ਆ, ਦੋਨਾਂ ਰੈਸਟ ਮਾਸ ਆਫ ਪ੍ਰੋਟੋਨ ਡਿਵਾਈਡ ਬਾਈ ਰੈਸਟ ਮਾਸ ਆਫ ਕਿਓਨ। ਰੈਸਟ ਮਾਸ ਆਫ ਪ੍ਰੋਟੋਨ ਅਤੇ ਕਿਓਨ ਦੋਨੋਂ ਗਿਵਨ ਨੇ 938 /4 ਅਪਰੋਕਸੀਮੇਟਲੀ ਆਪਣੇ 2 ਆ ਜੂਗਾ, ਠੀਕ ਹੈ। ਅਤੇ ਆਪਾਂ ਨੂੰ ਗਾਮਾ ਦੀ ਵੈਲਿਊ ਗਿਵਨ ਹੈ 1 ਪਤਾ ਹੁੰਦਾ, ਫਾਰਮੂਲਾ ਆਪਣੇ ਲਵੇ ਗਾਮਾ = 1/√1 -v/c² 2 ਹੈ ਇਹ। ਇਹਨੂੰ ਸੋਲਵ ਕਰਾਂਗੇ ਸਕੇਅਰਿੰਗ ਔਨ ਬੋਥ ਸਾਈਡ, v²/c² = 3.4, v = 0.85 c। ਇਹ ਕੀ ਆ ਗਈ, ਵੈਲੋਸਿਟੀ ਆਫ ਕਿਓਨ ਆ ਗਈ 0.85 ਟਾਈਮਸ ਆਫ ਵੈਲੋਸਿਟੀ ਆਫ ਲਾਈਟ। ਸੀ ਕੀ ਹੈ ਇੱਥੇ, ਵੈਲੋਸਿਟੀ ਆਫ ਲਾਈਟ। ਇਹ ਕੀ ਆ ਗਈ, ਵੈਲੋਸਿਟੀ ਆਫ ਕਿਓਨ ਆ ਗਈ। ਨੈਕਸਟ ਵਨ ਹੈ, ਕੈਲਕੂਲੇਟ ਦਾ ਐਨਰਜੀ ਆਫ ਮਿਨੀਮਮ
ਆਫ ਗਾਮਾ ਰੇਜ਼ ਡਿਸਇੰਟੀਗ੍ਰੇਟ। ਜੋ ਗਾਮਾ ਰੇਜ਼ ਡਿਸਇੰਟੀਗ੍ਰੇਸ਼ਨ ਹੁੰਦੀ ਹੈ ਤਾਂ ਇਹਨਾਂ ਦੀ ਆਪਾਂ ਮਿਨੀਮਮ એનર્ਜੀ ਕੱਢਣੀ ਆ। ਦੇਖੋ ਹੁਣ ਕੋਈ ਡਿਊਟਰੋਨ ਹੈ, ਕਾਹ 'ਚ ਟੁੱਟਦਾ, ਪ੍ਰੋਟੋਨ ਪਲੱਸ ਨਿਊਟਰੋਨ ਟੁੱਟਦਾ, ਡੋਟ ਨਿਊਕਲੀਅਸ ਮਾਸ ਆਫ ਡੋਟ ਨਿਊਕਲੀਅਸ ਮਾਸ ਆਫ ਪ੍ਰੋਟੋਨ ਪਲੱਸ ਮਾਸ ਆਫ ਨਿਊਟਰੋਨ। ਇਹਦੇ ਵਿੱਚ ਕੁਛ ਕੁ ਮਾਸ ਡਿਫੈਕਟ ਹੁੰਦਾ, ਇਹ ਪੜ੍ਹਿਆ ਹੋਣਾ। ਜਿਹਦਾ ਓਵਰਆਲ ਨਿਊਕਲੀਅਰ ਮਾਸ ਹੁੰਦਾ ਉਹ ਹਮੇਸ਼ਾ ਲੈਸ ਹੁੰਦਾ ਐਜ਼ ਕੰਪੇਅਰ ਟੂ ਟੋਟਲ ਮਾਸ ਆਫ ਨਿਊਕਲੀਅਸ। ਕਿਉਂਕਿ ਜਦੋਂ ਨਿਊਕਲੀਅਸ ਕੀ ਕਰਦੇ ਆ, ਇਕੱਠੇ ਹੋ ਕੇ ਨਿਊਕਲੀਅਸ ਬਣਾਉਂਦੇ ਆ। ਨਿਊਕਲੀਅਸ 'ਚ ਕਿਹੜੇ ਹੁੰਦੇ ਆ, ਪ੍ਰੋਟੋਨਸ ਅਤੇ ਨਿਊਟਰੋਨਸ ਨੂੰ ਕਹਿੰਦੇ ਆ ਨਿਊਕਲੀਅਸ। ਉਹ ਮਿਲ ਕੇ ਕੀ ਬਣਾਉਂਦੇ ਆ, ਨਿਊਕਲੀਅਸ ਬਣਾਉਂਦੇ ਆ, ਠੀਕ ਆ। ਉਹ 'ਚ ਥੋੜ੍ਹਾ ਐਨਰਜੀ ਲੋਸ ਹੋ ਜਾਂਦਾ, ਉਹਨੂੰ ਕਹਿੰਦੇ ਆਪਾਂ ਮਾਸ ਡਿਫੈਕਟ ਕਹਿੰਦੇ ਹਾਂ। ਮਾਸ ਡਿਫੈਕਟ ਦਾ ਫਾਰਮੂਲਾ ਹੁੰਦਾ ਮਾਸ ਆਫ ਪ੍ਰੋਟੋਨ ਪਲੱਸ ਮਾਸ ਆਫ ਨਿਊਟਰੋਨ ਮਾਈਨਸ ਮਾਸ ਆਫ ਡੋਟਰ ਨਿਊਕਲੀਅਸ। ਇਹ ਆਪਾਂ ਨੂੰ ਯਾਦ ਕਰਨੀਆਂ ਪੈਣੀਆਂ ਵੈਲਿਊਜ਼। ਕਈ ਵਾਰ ਨਿਊਮੈਰੀਕਲ 'ਚ ਗਿਵਨ ਵੀ ਹੁੰਦੀਆਂ ਨੇ। ਮਾਸ ਆਫ ਪ੍ਰੋਟੋਨ 1.00759, ਮਾਸ ਆਫ ਨਿਊਟਰੋਨ 1.00898 ਮਾਈਨਸ 2.01471। ਮਾਸ ਡਿਫੈਕਟ ਕਿੰਨਾ ਹੋ ਜਾਊ ਸੋਲਵ ਕਰਕੇ 0.00186 AMU। ਅਰਥਮੈਟਿਕ ਯੂਨਿਟ 'ਚ AMU ਕੀ ਇਹਦੀ ਯੂਨਿਟ ਹੈ ਮਾਸ ਡਿਫੈਕਟ ਦੀ। ਨਾ ਐਨਰਜੀ ਦਾ ਫਾਰਮੂਲਾ ਕੀ ਹੁੰਦਾ, ਆਪਾਂ ਨੂੰ ਐਨਰਜੀ ਕੱਢਣ ਨਹੀਂ ਕਿਹਾ ਮਿਨੀਮਮ ਗਾਮਾ ਰੇਜ਼ ਡਿਸਇੰਟੀਗ੍ਰੇਸ਼ਨ ਲਈ। ਐਨਰਜੀ ਕੀ ਦਾ ਫਾਰਮੂਲਾ ਕੀ ਹੈ, MC²। M ਦੀ ਥਾਂ 'ਤੇ ਕੀ ਲਵਾਂਗੇ ਆਪਾਂ, ਮਾਸ ਡਿਫੈਕਟ, ਡੈਲਟਾ MC²। ਡੈਲਟਾ M ਦੀ ਇਹਦੇ ਵਿੱਚ ਵੈਲਿਊ ਪੁੱਟ ਕਰ ਦਾਂਗੇ। C ਦੀ ਆਪਾਂ ਨੂੰ ਪਤਾ ਵੈਲੋਸਿਟੀ ਆਫ ਲਾਈਟ। ਅਤੇ ਹੁਣ ਆਪਾਂ ਇਹਨੂੰ ਮੈਗਾ ਇਲੈਕਟ੍ਰੋਵੋਲਟ 'ਚ ਚੇਂਜ ਕਰਨਾ ਹੋਵੇ ਉਹਦੇ ਲਈ ਕੀ ਕਰਨਾ, ਡਿਵਾਈਡ ਬਾਈ AMU। ਐਨਰਜੀ ਡਿਵਾਈਡ ਬਾਈ AMU, ਜਿਹੜੀ ਐਨਰਜੀ ਆ ਉਹਨੂੰ ਡਿਵਾਈਡ ਕਰ ਦਾਂਗੇ ਆਪਾਂ। ਅਰਥਮੈਟਿਕ ਯੂਨਿਟ ਹੈ ਐਨਰਜੀ ਦੀ ਵੈਲਿਊ ਕੀ ਆ ਜੂ ਮੈਗਾ ਇਲੈਕਟ੍ਰੋਵੋਲਟ 'ਚ ਆਪਣੇ ਆਂਸਰ ਆ ਜੂ 1.73166। ਇਹਨੂੰ ਜੋ ਸੋਲਵ ਕਰੋ, ਡੈਲਟਾ M ਦੀ ਵੈਲਿਊ ਪਤਾ ਹੈ, C ਦੀ ਵੈਲਿਊ 3 × 10⁸ ਮੀਟਰ ਪਰ ਸੈਕਿੰਡ। ਓਕੇ, ਨਾਓ ਨੈਕਸਟ ਕੁਐਸਚਨ ਹੈ, ਕਹਿੰਦੇ ਨਿਊਕਲੀਅਰ ਕ੍ਰੋਸ ਸੈਕਸ਼ਨ ਹੈਜ਼ ਡਾਇਮੈਂਸ਼ਨਸ ਆਫ ਏਰੀਆ। ਕਹਿੰਦੇ ਨਿਊਕਲੀਅਰ ਕ੍ਰੋਸ ਸੈਕਸ਼ਨ ਹੁੰਦਾ, ਇਹ ਕੁਐਸਚਨ ਸੀ ਆਪਣੇ। ਇਹ ਮੈਂ ਇਕੱਲੇ ਨਾ ਸੋਲਵ ਕੀਤੇ, ਠੀਕ ਹੈ। ਇਹਦੇ ਵਿੱਚ ਕੁਐਸਚਨ ਲਿਖੇ ਹੋਏ, ਮੈਂ ਓਨਲੀ ਆਂਸਰ ਲਿਖੇ ਹੋਏ। ਨਿਊਕਲੀਅਰ ਕ੍ਰੋਸ ਸੈਕਸ਼ਨ ਹੈਜ਼ ਡਾਇਮੈਂਸ਼ਨ ਆਫ ਏਰੀਆ। ਇਹਦੇ ਵਿੱਚ ਇਹਦੇ ਕੀ ਪਤਾ ਲੱਗਦਾ ਆਪਾਂ ਨੂੰ, it tells us about the probability of reaction, more is the area, more is the probability of interaction। ਯੂਨਿਟ ਕੀ ਹੁੰਦੀ ਹੈ ਬਾਰ। ਨਿਊਕਲੀਅਰ ਕ੍ਰੋਸ ਸੈਕਸ਼ਨ 'ਚ ਕੀ ਹੁੰਦਾ ਰਿਐਕਸ਼ਨ, ਜਿੰਨਾ ਜ਼ਿਆਦਾ ਏਰੀਆ ਹੋਊ ਉਨਾ ਜ਼ਿਆਦਾ ਪ੍ਰੋਬੇਬਿਲਿਟੀ ਹੋਊ ਰਿਐਕਸ਼ਨ ਹੋਣ ਦੀ। ਇਸ ਕਰਕੇ ਇਹ ਕਿਤੇ ਡਿਪੈਂਡ ਕੌਣ ਕੀ ਦੱਸਦਾ, ਏਰੀਆ ਆਪਾਂ ਨੂੰ ਪ੍ਰੋਬੇਬਿਲਿਟੀ ਦੱਸਦਾ ਰਿਐਕਸ਼ਨ ਹੋਣ ਦੀ ਜਾਂ ਨਾ ਹੋਣ ਦੀ। ਇਹਦੀ ਯੂਨਿਟਸ ਹੁੰਦੀਆਂ ਬਾਰਨ, BARN। ਨਾਓ ਨੈਕਸਟ ਵਨ ਕੀ ਹੈ, ਯੰਗ ਡਬਲ ਸਲਿਟ ਐਕਸਪੈਰੀਮੈਂਟ। ਇਹ ਇੰਪੋਰਟੈਂਟ ਹੈ, ਇਹਦੇ ਨਿਊਮੈਰੀਕਲ ਬੇਸ ਆਏ ਸੀ। ਆਪਾਂ ਦੋ ਇੰਟੈਂਸਿਟੀਜ਼ ਗਿਵਨ ਸੀ, I1/I2 ਰੇਸ਼ੋ ਗਿਵਨ ਹੈ 64:1। I1 ਨੂੰ ਲੈਟ ਕਰ ਸਕਦੇ ਹਾਂ 64I ਐਂਡ I2 = I। ਆਫਟਰ ਸੁਪਰਪੋਜੀਸ਼ਨ ਹੈ ਮਤਲਬ ਜੋ ਸੁਪਰ ਇੰਪੋਜ਼ ਕਰਨਗੇ ਡਬਲ ਸਲਿਟ ਐਕਸਪੈਰੀਮੈਂਟ ਡਿਫਰੈਕਸ਼ਨ ਬਣੂਗਾ, ਪੈਟਰਨ ਬਣੂਗਾ। I ਦੀ ਫਾਰਮੂਲਾ ਕਹਿੰਦਾ I1 + I2 + 2√I1I2 cos θ। ਮਤਲਬ I ਮੈਕਸੀਮਮ ਕਿੰਨੀ ਹੋਊ, I ਮੈਕਸੀਮਮ ਕਦੋਂ ਹੋਊਗੀ, ਜਦੋਂ cos θ = 1, ਠੀਕ ਹੈ। cos θ = 1 ਕਦੋਂ ਹੁੰਦਾ, when θ = 0। I ਮੈਕਸੀਮਮ ਕਿੰਨਾ ਹੈਗਾ, √I1 + √I2 ਦਾ ਹੋਲ ਸਕੁਏਅਰ। ਨਹੀਂ I ਮਿਨੀਮਮ ਕਦੋਂ ਹੋਊ, ਮਤਲਬ ਇੰਟੈਂਸਿਟੀ ਮਿਨੀਮਮ ਕਦੋਂ ਹੋਊਗੀ, ਜਦੋਂ cos θ ਕੀ ਹੋਊਗਾ -1। cos θ -1 ਕਿੰਨੇ ਹੁੰਦਾ, θ ਜਦੋਂ 180 ਹੋਵੇ। ਅਤੇ ਇਹਦੇ ਲਈ I ਮਿਨੀਮਮ ਕਿੰਨਾ ਆ ਜੂ, √I1 - √I2 ਹੋਲ ਸਕੁਏਅਰ। ਹੁਣ ਆਪਾਂ ਦੋਨਾਂ ਦੀ ਕੀ ਲੈਣੀ ਹੈ ਰੇਸ਼ੋ, I ਮੈਕਸੀਮਮ ਡਿਵਾਈਡ ਬਾਈ I ਮਿਨੀਮਮ। ਜੋ ਰੇਸ਼ੋ ਲਵਾਂਗੇ ਆਪਾਂ ਨੂੰ I1 ਦੀ ਵੈਲਿਊ ਵੀ ਪਤਾ ਹੈ, I2 ਦੀ ਵੈਲਿਊ ਵੀ ਪਤਾ, 64 ਅਤੇ I, ਠੀਕ ਹੈ। ਇਹ ਵੈਲਿਊ ਪੁੱਟ ਕਰਕੇ ਆਪਣੇ ਆਂਸਰ ਆ ਜੂਗਾ 81/49। ਆਹੀ ਆਪਾਂ ਇਹਦੇ ਵਿੱਚ ਫਾਈਂਡ ਕਰਨਾ, ਇੰਟੈਂਸਿਟੀ ਮੈਕਸੀਮਮ ਅਤੇ ਮਿਨੀਮਮ ਦੀ ਰੇਸ਼ੋ ਪਤਾ ਕਰਨੀ ਸੀ, ਕਿੰਨੀ ਆ ਗਈ 81/49। ਇਹ ਕੀ ਹੈਗਾ ਆਪਣਾ ਆਂਸਰ। ਨਾਓ ਨੈਕਸਟ ਕੁਐਸਚਨ ਹੈ, ਕਹਿੰਦੇ ਲੌਂਗੀਟਿਊਡਨਲ ਵੇਵਜ਼ ਕਾਂਟ ਬੀ ਪੋਲਰਾਈਜ਼ਡ ਓਨਲੀ, ਟਰਾਂਸਵਰਸ ਵੇਵਜ਼ ਕੈਨ ਬੀ polarized in transverse vibration perpendicular to direction of wave, in longitudinal vibration are parallel to the wave। ਇਹਦੇ ਵਿੱਚ ਆਪਾਂ ਪੁੱਛਿਆ ਹੋਇਆ ਸੀ ਵੀ ਕਿਹੜੀ ਵੇਵਜ਼ ਨੂੰ ਆਪਾਂ ਪੋਲਰਾਈਜ਼ਡ ਕਰ ਸਕਦੇ ਹਾਂ ਕਿ ਨਹੀਂ। ਲੌਂਗੀਟਿਊਡਨਲ ਵੇਵਜ਼ ਨੂੰ ਪੋਲਰਾਈਜ਼ਡ ਕਾਂਟ ਬੀ ਪੋਲਰਾਈਜ਼ਡ ਓਨਲੀ, ਟਰਾਂਸਵਰਸ ਵੇਵਜ਼ ਕੈਨ ਬੀ ਪੋਲਰਾਈਜ਼ਡ। ਲੌਂਗੀਟਿਊਡਨਲ ਵੇਵ ਨੂੰ ਪੋਲਰਾਈਜ਼ ਨਹੀਂ ਕਰ ਸਕਦੇ, ਟਰਾਂਸਵਰਸ ਨੂੰ ਕਰ ਸਕਦੇ। ਕਿਉਂਕਿ ਇਨ ਟਰਾਂਸਵਰਸ ਵਾਈਬ੍ਰੇਸ਼ਨ ਪਰਪੈਂਡੀਕੂਲਰ ਟੂ ਡਾਇਰੈਕਸ਼ਨ ਆਫ ਵੇਵ। ਇਹਦੇ ਟਰਾਂਸਵਰਸ ਵੇਵਸ ਹੁੰਦੀਆਂ ਜਿਹੜੀ ਵਾਈਬ੍ਰੇਸ਼ਨ ਹੁੰਦੀਆਂ ਡਾਇਰੈਕਸ਼ਨ ਆਫ ਪ੍ਰੋਪੇਗੇਸ਼ਨ ਦੇ ਹਮੇਸ਼ਾ ਪਰਪੈਂਡੀਕੂਲਰ ਹੁੰਦੀਆਂ, ਠੀਕ ਹੈ। ਇਸ ਕਰਕੇ ਇਹਨੂੰ ਪੋਲਰਾਈਜ਼ ਕਰ ਸਕਦੇ ਹਾਂ। ਬਟ ਇਨ ਲੌਂਗੀਟਿਊਡਨਲ ਵੇਵ ਵਾਈਬ੍ਰੇਸ਼ਨਸ ਆਰ ਪੈਰਲਲ, ਸੋ ਵੀ ਕਾਂਟ ਪੋਲਰਾਈਜ਼ਡ। ਨੈਕਸਟ ਕੁਐਸਚਨ ਹੈ, ਇਹਦੇ ਇਹ ਸੇਮ ਕੁਐਸਚਨ ਹੀ ਸੀ ਆਪਾਂ ਨੂੰ। ਇਹਦੇ ਬਾਰੇ EM ਵੇਵ ਆਪਸ਼ਨਸ ਗਿਵਨ ਸੀ, ਵਿਜ਼ੂਅਲ ਲਾਈਟ ਵੇਵਜ਼, ਰੇਡੀਓ ਵੇਵ, ਸਾਊਂਡ ਵੇਵਜ਼ ਅਤੇ ਐਨੀ ਟਰਾਂਸਵਰਸ ਵੇਵ। ਇਹਦੇ ਵਿੱਚ ਪੁੱਛਿਆ ਹੋਇਆ ਸੀ ਇਹਨਾਂ ਵਿੱਚੋਂ ਕਿਹੜੀ ਪੋਲਰਾਈਜ਼ਡ ਲਾਈਟ ਹੈ। ਹੁਣ ਉਹ ਦੇਖੋ ਵਿਜ਼ੂਅਲ ਲਾਈਟ ਕੀ 'ਚ ਹੁੰਦੀ ਹੈ, ਇਲੈਕਟ੍ਰੋਮੈਗਨੈਟਿਕ ਵੇਵਜ਼ ਹੁੰਦੀਆਂ, ਅਤੇ ਰੇਡੀਓ ਵੇਵਜ਼ ਵੀ ਇਲੈਕਟ੍ਰੋਮੈਗਨੈਟਿਕ ਵੇਵਜ਼ ਹੁੰਦੀਆਂ ਨੇ। ਇਲੈਕਟ੍ਰੋਮੈਗਨੈਟਿਕ ਵੇਵਜ਼ ਕੀ ਹੁੰਦੀਆਂ, ਪ੍ਰੋਪੇਗੇਸ਼ਨ 'ਚ ਪਰਪੈਂਡੀਕੂਲਰ ਹੁੰਦੀ ਹੈ ਡਾਇਰੈਕਸ਼ਨ ਦੇ, ਠੀਕ ਹੈ। ਇਸ ਕਰਕੇ ਇਹ ਪੋਲਰਾਈਜ਼ਡ ਹੋ ਸਕਦੀਆਂ। ਐਨੀ ਟਰਾਂਸਵਰਸ ਵੇਵ ਆਪਾਂ ਹੁਣ ਕਰਕੇ ਹਟੇ ਵੀ ਟਰਾਂਸਵਰਸ ਵੇਵ ਨੂੰ ਪੋਲਰਾਈਜ਼ ਕਰ ਸਕਦੇ ਹਾਂ। ਬਟ ਸਾਊਂਡ ਵੇਵ ਕੀ ਹੈ, ਲੌਂਗੀਟਿਊਡਨਲ ਵੇਵ ਹੈ, ਇਸ ਕਰਕੇ ਇਟ ਕਾਂਟ ਬੀ ਪੋਲਰਾਈਜ਼ਡ। ਆਂਸਰ ਕੀ ਆਊਗਾ ਇਹਦੇ ਵਿੱਚ,
ਆਨਸਰ ਆਊਗਾ ਆਪਣੇ ਲਵੇ ਇਹਦੇ 'ਚ ਸੀ ਆਪਸ਼ਨ, ਸਾਊਂਡ ਵੇਵਸ ਕਾਂਟ ਬੀ ਪੋਲਰਾਈਜ਼ਡ ਬਿਕੋਜ਼ these are longitudinal waves। ਨੈਕਸਟ ਕੁਐਸਚਨ ਹੈ, ਇਫ yellow light is replaced by blue light then what happened to the diffraction bands। ਜਿਹੜੇ ਡਿਫਰੈਕਸ਼ਨ ਬੈਂਡਸ ਆ ਉਹਦੇ ਵਿੱਚ ਕੀ ਕੀਤਾ ਆਪਾਂ, ਯੈਲੋ ਲਾਈਟ ਨੂੰ ਰੀਪਲੇਸ ਕਰਦਾ ਬਲੂ ਲਾਈਟ ਨਾਲ। ਕਹਿੰਦੇ ਕੀ ਇਫੈਕਟ ਪਊਗਾ ਡਿਫਰੈਕਸ਼ਨ ਬੈਂਡਸ, ਨੈਰੋਰ ਹੋਣਗੇ, ਵਾਈਡਰ ਹੋਣਗੇ, ਕੀ ਇਫੈਕਟ ਪਊਗਾ ਉਹਨਾਂ ਦੇ ਬੈਂਡਸ 'ਤੇ। ਹੁਣ ਦੇਖੋ ਫਰਿੰਜ ਵਿਡਥ ਆਪਾਂ ਪਤਾ ਹੀ ਆਪਾਂ ਨੂੰ ਪੈਟਰਨ ਕੀ ਹੁੰਦਾ, ਜੋ ਵਾਈਟਲੀ ਸਪਲਿਟ ਕਰਦੀ ਹੈ ਵਿਵਗੁਆਰ 'ਚ ਕਰਦੀ ਹੈ, ਨੀਚੇ ਜਾਂਦੇ ਹੋਏ ਕੀ ਕਰਦੀ ਹੈ ਇੱਧਰ ਰੈੱਡ ਕਲਰ ਕਿੰਨੀ ਵੇਵਲੈਂਥ ਡਿਕਰੀਜ਼ਿਜ਼। ਫਰਿੰਜ ਵਿਡਥ ਦਾ ਫਾਰਮੂਲਾ ਹੁੰਦਾ ਬੀਟਾ ਇਜ਼ ਇਕੁਅਲ ਟੂ ਲੈਮਡਾ ਡੀ ਅਪੋਨ ਡੀ, ਠੀਕ ਹੈ। ਅਤੇ ਸੋ ਬੀਟਾ ਇਜ਼ ਅ ਡਾਇਰੈਕਟਿਵ ਪ੍ਰੋਪੋਰਸ਼ਨ ਟੂ ਵੇਵਲੈਂਥ। ਬੀਟਾ ਮਤਲਬ ਫਰਿੰਜ ਵਿਡਥ ਕਿਹਦੇ ਡਿਪੈਂਡ ਕਰਦੀ ਹੈ, ਵੇਵਲੈਂਥ 'ਤੇ ਡਿਪੈਂਡ ਕਰਦੀ ਹੈ। ਜਿੰਨੀ ਜ਼ਿਆਦਾ ਵੇਵਲੈਂਥ ਹੋਊ ਉਨੀ ਜ਼ਿਆਦਾ ਫਰਿੰਜ ਵਿਡਥ ਹੋਊ। ਆਪਾਂ ਕੀ ਕੀਤਾ ਇਸ ਵਿੱਚ, ਯੈਲੋ ਲਾਈਟ ਨੂੰ ਰੀਪਲੇਸ ਕੀਤਾ ਬਲੂ ਲਾਈਟ ਨਾਲ। ਲੈਮਡਾ ਯੈਲੋ ਇਜ਼ ਗ੍ਰੇਟਰ ਦੈਨ ਲੈਮਡਾ ਬਲੂ, ਯੈਲੋ ਲਾਈਟ ਦੀ ਵੇਵਲੈਂਥ ਜ਼ਿਆਦਾ ਹੁੰਦੀ ਹੈ ਬਲੂ ਲਾਈਟ ਨਾਲੋਂ। ਸੋ ਫਰਿੰਜ ਵਿਡਥ ਇਜ਼ ਆਲਸੋ greater in yellow as compared to blue, so diffraction band will become narrow and crowded। ਇਸ ਕਰਕੇ ਬਲੂ ਦੀ ਵੇਵਲੈਂਥ ਘੱਟ ਹੈ ਤਾਂ ਫਰਿੰਜ ਵਿਡਥ ਵੀ ਕੀ ਹੋਊ, ਯੈਲੋ ਨਾਲ ਘੱਟ ਹੋਊ। ਇਸ ਕਰਕੇ ਡਿਫਰੈਕਸ਼ਨ ਬੈਂਡ ਕੀ ਹੋਇਆ, ਨੈਰੋ ਬਣੂ ਅਤੇ ਕਰਾਊਡਡ ਹੋਊਗਾ, ਠੀਕ ਹੈ। ਇਹਦੇ ਵੀ ਧਿਆਨ 'ਚ ਰੱਖਣਾ ਵਿਵਗੁਆਰ ਅਤੇ ਲੈਮਡਾ ਇਹਦੇ ਡਿਗਰੀ ਅਤੇ ਫ੍ਰੀਕੁਐਂਸੀ ਉਲਟ ਹੁੰਦੀ ਹੈ ਵਾਇਲਟ ਕਲਰ ਦੀ। ਅਗਲਾ ਨੈਕਸਟ ਕੁਐਸਚਨ ਹੈ, ਵੈਨ ਅ ਲਾਈਟ ਵੇਵ ਇਜ਼ ਰਿਫਲੈਕਟਡ ਐਟ ਦਾ ਸਰਫੇਸ ਆਫ ਐਨ ਓਪਟੀਕਲੀ ਡੈਂਸਰ ਮੀਡੀਅਮ ਦੈਨ ਦਾ ਚੇਂਜ ਇਨ ਫੇਸ ਡਿਫਰੈਂਸ ਇਜ਼। ਇਹਦੇ ਵਿੱਚ ਪੁੱਛਿਆ ਗਿਆ ਜੋ ਕਹਿੰਦੇ ਲਾਈਟ ਵੇਵ ਰਿਫਲੈਕਟ ਕਰਦੀ ਕਿਸੇ ਵੀ ਸਰਫੇਸ 'ਤੇ ਓਪਟੀਕਲੀ ਡੈਂਸਰ ਮੀਡੀਅਮ 'ਤੇ, ਤਾਂ ਉਹਦੇ ਫੇਸ ਡਿਫਰੈਂਸ ਕੀ ਹੁੰਦਾ ਵੇਵ 'ਚ, ਠੀਕ ਹੈ। ਫੇਸ ਡਿਫਰੈਂਸ ਹੁਣ ਦੇਖੋ ਤੁਸੀਂ ਜਿਵੇਂ ਇਹ 'ਚ ਦੇਖ ਸਕਦੇ ਹੋ ਡਾਇਗਰਾਮ 'ਚ, ਆਪਣੇ ਇਹ ਕੀ ਹੈ ਡੈਂਸਰ ਮੀਡੀਅਮ ਹੈ, ਇਹ ਡੈਂਸਰ ਮੀਡੀਅਮ ਹੈ ਅਤੇ ਉੱਪਰਲਾ ਕੀ ਆਪਣੇ ਲਵੇ ਰੇਅਰਰ ਮੀਡੀਅਮ ਹੈ। ਜਦੋਂ ਲਾਈਟ ਰਿਫਲੈਕਟ ਕਰੂ ਇਹਦੇ ਵਿੱਚ ਕਿਸੇ ਨਾ ਕਿਸੇ ਐਂਗਲ 'ਤੇ ਰੇਅਰ ਟੂ ਡੈਂਸਰ ਏਰੀਆ ਟੂਵਰਡਸ ਦਾ ਨੋਰਮਲ ਸ਼ਿਫਟ ਹੋਊਗੀ ਲਾਈਟ, ਠੀਕ ਹੈ। ਆ ਕੀ ਹੋ ਗਿਆ ਆਪਣੇ ਲਵੇ ਐਂਗਲ ਆਫ ਇੰਸੀਡੈਂਸ, ਇਟ ਸਫਰ ਦਾ ਫੇਸ ਆਫ ਫਾਈ। ਇਹਦੇ ਵਿੱਚ ਫੇਸ ਚੇਂਜ ਕਿੰਨਾ ਹੁੰਦਾ, ਪਾਈ ਦਾ ਹੁੰਦਾ ਫੇਸ ਚੇਂਜ, ਮਤਲਬ 180 ਡਿਗਰੀ ਦਾ ਫੇਸ ਚੇਂਜ ਹੁੰਦਾ ਜਦੋਂ ਕੋਈ ਵੀ ਲਾਈਟ ਰਿਫਲੈਕਟ ਕਰਦੀ ਹੈ ਇੱਕ ਮੀਡੀਅਮ ਤੋਂ ਦੂਸਰੇ ਮੀਡੀਅਮ ਤੱਕ, ਠੀਕ ਹੈ। ਨੈਕਸਟ ਵਨ ਹੈ ਨਿਊਟਨ ਰਿੰਗ ਐਕਸਪੈਰੀਮੈਂਟ। ਇਹ ਨਿਊਟਨ ਰਿੰਗ ਐਕਸਪੈਰੀਮੈਂਟ 'ਚ ਆਪਾਂ ਕਿਹੜਾ ਲੈਂਪ ਯੂਜ਼, ਇਹਦੇ ਵਿੱਚ ਪੁੱਛਿਆ ਸੋਡੀਅਮ ਲੈਂਪ ਯੂਜ਼ ਕਰਦੇ, ਕਿਉਂਕਿ ਇਹਦੀ ਕੀ ਹੁੰਦੀ ਹੈ ਮੋਨੋਕ੍ਰੋਮੈਟਿਕ ਲਾਈਟ ਹੁੰਦੀ ਹੈ, ਇਸ ਕਰਕੇ ਇਹਦੇ ਵਿੱਚ ਆਪਾਂ ਸੋਡੀਅਮ ਲੈਂਪ ਯੂਜ਼। ਇਨ ਦਿਸ ਐਕਸਪੈਰੀਮੈਂਟ ਏ ਪਲੇਨੋ ਕਨਵੈਕਸ ਲੈਂਸ ਇਜ਼ ਯੂਜ਼ਡ ਪਲੇਸ ਓਵਰ ਅ glass plate, the light incident on it is partially reflected from upper and lower surface after superimposing they form a Newton ring। ਐਕਸਪੈਰੀਮੈਂਟ ਕੀ ਲੈਣੇ ਆਪਾਂ, ਇੱਕ ਪਲੈਨੋ ਕਨਵੈਕਸ ਲੈਂਸ ਯੂਜ਼ ਕਰਦੇ ਹਾਂ ਇਹਦੇ ਵਿੱਚ ਪਲੇਸਡ ਓਵਰ ਅ ਗਲਾਸ ਪਲੇਟ। ਜਦੋਂ ਆਪਾਂ ਉਹਦੇ ਉੱਤੇ ਲਾਈਟ ਇੰਸੀਡੈਂਟ ਕਰਦੇ ਹਾਂ ਉਹ ਪਾਰਸ਼ਲੀ ਰਿਫਲੈਕਟ ਹੁੰਦੀ ਆ ਉੱਪਰ ਸਰਫੇਸ ਤੋਂ ਵੀ ਲੋਅਰ ਸਰਫੇਸ ਤੋਂ, ਐਂਡ ਅਤੇ ਬਾਅਦ 'ਚੋਂ ਕੀ ਹੈ ਸੁਪਰ ਇੰਪੋਜ਼ ਕਰ ਜਾਂਦੀ ਹੈ ਇੱਕ ਦੂਜੇ ਦੇ ਉੱਪਰ, ਅਤੇ ਇਹਦੇ ਨਾਲ ਕੀ ਬਣਦੀ ਇੱਕ ਨਿਊਟਨ ਰਿੰਗ ਬਣ ਜਾਂਦੀ ਹੈ। ਇਟ ਇਜ਼ ਪੋਸੀਬਲ ਓਨਲੀ ਵੈਨ ਦਾ ਲਾਈਟ ਹੈਜ਼ ਅ ਸਿੰਗਲ ਵੇਵ। ਇਹ ਉਹਦੀ ਪੋਸੀਬਲ ਹੈ ਜਦੋਂ ਲਾਈਟ ਲਵੇ ਸਿੰਗਲ ਵੇਵ ਲੈਂਥ ਹੋਵੇ। ਸੋ ਓਨਲੀ ਸੋਡੀਅਮ ਲੈਂਪ ਇਜ਼ ਯੂਜ਼ਡ ਇਨ ਦਿਸ ਐਕਸਪੈਰੀਮੈਂਟ। ਇਸ ਕਰਕੇ ਇਹ ਸਿਰਫ ਆਪਣਾ ਸੋਡੀਅਮ ਲੈਂਪ ਹੀ ਯੂਜ਼ ਕਰਦੇ ਹਾਂ ਨਿਊਟਨ ਰਿੰਗ, ਕਿਉਂਕਿ ਸੋਡੀਅਮ ਲੈਂਪ ਦੀ ਹੁੰਦੀ ਹੈ ਮੋਨੋਕ੍ਰੋਮੈਟਿਕ ਲਾਈਟ ਹੁੰਦੀ ਹੈ 6323 ਆਰਮਸਟਰੋਂਗ, ਇਹਦੀ ਉਹ ਵੇਵ ਲੈਂਥ ਹੁੰਦੀ ਹੈ ਸਿੰਗਲ ਵੇਵ ਲੈਂਥ ਹੁੰਦੀ ਹੈ, ਇਸ ਕਰਕੇ ਉਹਨੂੰ ਕਹਿੰਦੇ ਆਪਾਂ ਮੋਨੋਕ੍ਰੋਮੈਟਿਕ ਸੋਰਸ ਆਫ ਲਾਈਟ ਸੋਡੀਅਮ ਲੈਂਪ ਨੂੰ। ਨੈਕਸਟ ਕੁਐਸਚਨ, ਡਿਫਰੈਕਸ਼ਨ ਇਜ਼ ਅ ਰਿਜ਼ਲਟ ਆਫ ਇੰਟਰਫੇਰੈਂਸ। ਇਹਦੇ ਵਿੱਚ ਪੁੱਛਿਆ ਹੋਇਆ ਕਿ ਡਿਫਰੈਕਸ਼ਨ ਕਿਹਦਾ ਰਿਜ਼ਲਟ ਹੈ, ਰਿਫਲੈਕਸ਼ਨ ਦਾ, ਰੀਫਰੈਕਸ਼ਨ ਦਾ, ਇੰਟਰਫੇਰੈਂਸ ਦਾ ਜਾਂ ਨਨ ਆਫ ਦੀਸ। ਡਿਫਰੈਕਸ਼ਨ ਕਿਹਦਾ ਰਿਜ਼ਲਟ ਹੁੰਦਾ, ਇੰਟਰਫੇਰੈਂਸ ਦਾ, ਠੀਕ ਹੈ। ਨੈਕਸਟ ਕੁਐਸਚਨ ਕਹਿੰਦੇ ਪੋਲਰਾਈਜੇਸ਼ਨ ਇਜ਼ ਰਿਸਪੋਂਸੀਬਲ ਫॉर ਸਨ ਗਲਾਸਿਸ ਟੂ ਰਿਡਿਊਸ ਅ ਗਲੇਅਰ ਆਫ ਸਨਲਾਈਟ। ਪੋਲਰਾਈਜੇਸ਼ਨ ਕਿਸ 'ਚ ਮਦਦ ਆਉਂਦੀ ਹੈਗਾ, ਸਨ ਗਲਾਸ ਕੀ ਮਦਦ, ਪੋਲਰਾਈਜੇਸ਼ਨ ਕਰਕੇ ਕੀ ਹੁੰਦਾ ਸਨ ਗਲਾਸਿਸ ਕੀ ਗਲੇਅਰ ਘਟਾ ਜਾਂਦੀ ਉਹ ਸਨਲਾਈਟ ਦਾ, ਇਸ ਕਰਕੇ ਆਪਾਂ ਸਨ ਗਲਾਸਿਸ ਯੂਜ਼ ਕਰਦੇ ਜਦੋਂ ਵੀ ਆਪਾਂ ਬਾਹਰ ਜਾਂਦੇ ਹਾਂ ਤਾਂ ਕਿ ਉਹਦਾ ਗਲੇਅਰ ਘੱਟ ਸਕੇ। ਨਾ ਨੈਕਸਟ ਵਨ ਹੈ, ਹੁਣ ਇਹਦੇ ਵਿੱਚ ਜਿਹੜੀ ਆਪਾਂ ਇੰਟਰਫੇਰੈਂਸ ਪੜ੍ਹ ਰਹੇ ਹਾਂ ਕਿ ਡਿਫਰੈਕਸ਼ਨ ਕਿਹਦੇ ਰਿਜ਼ਲਟ ਨੂੰ, ਇੰਟਰਫੇਰੈਂਸ ਦੋ ਤਰ੍ਹਾਂ ਦੀ ਹੁੰਦੀਆਂ, ਇੱਕ ਤਾਂ ਹੁੰਦੀ ਹੈ ਕੰਸਟਰਕਟਿਵ ਇੰਟਰਫੇਰੈਂਸ, ਇੱਕ ਹੁੰਦੀ ਹੈ ਡਿਸਟਰਕਟਿਵ ਇੰਟਰਫੇਰੈਂਸ। ਹੁਣ ਦੇਖੋ ਇਹਨਾਂ 'ਚ ਡਿਫਰੈਂਸ ਕੀ ਹੈ। ਕੰਸਟਰਕਟਿਵ ਇੰਟਰਫੇਰੈਂਸ 'ਚ ਕੀ ਹੁੰਦਾ, ਮੰਨ ਲਓ ਆਪਣਾ ਗ੍ਰਾਫ ਹੈ, ਠੀਕ ਹੈ, ਵੇਵਜ਼ ਕਿਸ ਤਰ੍ਹਾਂ ਦੇਖੋ ਐ ਟਰੈਵਲ ਕਰ ਰਹੀਆਂ ਨੇ, ਠੀਕ ਹੈ। ਇੱਕ ਸੈਕਿੰਡ ਵੇਵ ਹੈ P2, ਸੈਕਿੰਡ ਵੇਵ ਵੀ ਬਿਲਕੁਲ ਬਸ ਉਹਦਾ ਐਂਪਲੀਟਿਊਡ ਜ਼ਿਆਦਾ ਬਲਕਿ ਸੇਮ ਹੀ ਹੈ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ ਦੇਖੋ ਦੋਨਾਂ ਵੇਵਜ਼ ਕੀ ਹੈ ਫੇਸ ਡਿਫਰੈਂਸ 0 ਹੈ, ਜਾਂ ਤਾਂ 0 ਹੋਊ ਜਾਂ ਲੈਮਡਾ ਹੋਊਗਾ। ਬਟ ਇਹਦੇ ਵਿੱਚ ਦੇਖੋ ਹੁਣ ਡਿਸਟਰਕਟਿਵ ਇੰਟਰਫੇਰੈਂਸ 'ਚ ਕੀ ਹੈ, ਦੇਖੋ ਜਿਵੇਂ ਆਪਣੀ P1 ਹੈ ਵੇਵ, ਇਹ ਤਾਂ ਉਰੋਂ ਸਟਾਰਟ ਹੋਈ ਹੈ ਐਵੇਂ ਜਾ ਰਹੀ ਹੈ, ਅਤੇ P2 ਵੇਵ ਆਪਣੀ ਉਰੋਂ ਸਟਾਰਟ ਹੋ ਰਹੀ ਹੈ। ਕੰਸਟਰਕਟਿਵ ਇੰਟਰਫੇਸ ਕੀ ਹੈ, ਹੁਣ ਜਦੋਂ ਇਹਨਾਂ ਨੂੰ ਦੋਨੋਂ ਸੁਪਰ ਇੰਪੋਜ਼ ਕਰਾਂਗੇ ਆਪਾਂ, ਉੱਪਰ ਲੱਗੇ ਹੁੰਦੇ ਕਰਸਟ, ਨੀਚਰਲਾ ਹੁੰਦਾ ਟਰਫ, ਕਰਸਟ 'ਤੇ ਕਰਸਟ ਆਊ, ਟਰਫ 'ਤੇ ਟਰਫ ਆਊ ਜਦੋਂ ਦੋਨੋਂ ਵੇਵਜ਼ ਨੂੰ ਸੁਪਰ ਇੰਪੋਜ਼ ਕਰਾਂਗੇ, ਇਸ ਕਰਕੇ ਇਹ ਕੀ ਹੈ ਕੰਸਟਰਕਟਿਵ ਇੰਟਰਫੇਰੈਂਸ ਹੈ। ਬਟ ਡਿਸਟਰਕਟਿਵ ਇੰਟਰਫੇਰੈਂਸ ਕੀ ਹੁੰਦਾ, ਦੇਖੋ ਆਪਣੀ ਉੱਪਰ ਕਰਸਟ ਹੈ ਨੀਚੇ ਟਰਫ ਹੈ, ਜਦੋਂ ਇਹਨਾਂ ਸੁਪਰ ਇੰਪੋਜ਼ ਕਰਾਂਗੇ ਦੋਨੋਂ ਗ੍ਰਾਫ ਨੂੰ ਸੁਪਰ ਇੰਪੋਜ਼ ਕੀਤਾ ਆਪਾਂ, ਕਰਸਟ ਉੱਪਰ ਹੈਗੀ ਟਰਫ ਨੀਚੇ ਰਹੇਗੀ, ਸੁਪਰ ਇੰਪੋਜੀਸ਼ਨ ਨੈਗਲੀਜੀਬਲ ਹੈ, ਇਸ ਕਰਕੇ ਇਹ 'ਚ ਕੀ ਹੁੰਦਾ ਡਿਸਟਰਕਟਿਵ ਇੰਟਰਫੇਰੈਂਸ ਹੁੰਦੀ ਹੈ। ਇਹ ਫਾਰਮੂਲਾ ਫੇਸ ਦਾ
ਜਿਵੇਂ ਕੰਸਟਰਕਟਿਵ ਇੰਟਰਫੇਰੈਂਸ ਕੀ ਹੁੰਦਾ P1 ਮਾਈਨਸ P2 ਇਕੁਅਲ ਟੂ 0 ਹੋਊ, ਜਾਂ ਤਾਂ ਫੇਸ ਡਿਫਰੈਂਸ 0 ਹੋਊ, ਜਾਂ ਇੰਟੀਜ਼ਰਸ ਦੀ ਫਾਰਮ ਦੇ ਵਿੱਚ ਹੋਊਗਾ P1 ਮਾਈਨਸ P2 ਇਕੁਅਲ ਟੂ ਲੈਮਡਾ। ਦੋ ਕੁਐਸਚਨਾਂ ਬਣ ਗਏ, ਮਤਲਬ ਡੈਲਟਾ ਐਕਸ ਫੇਸ ਡਿਫਰੈਂਸ 0 ਲੈਮਡਾ 2 ਲੈਮਡਾ ਇੰਟੀਜ਼ਰਸ ਦੀ ਫਾਰਮ ਦੇ ਵਿੱਚ ਹੋਊਗਾ। ਬਟ ਜਿਹੜਾ ਡਿਸਟਰਕਟਿਵ ਇੰਟਰਫੇਰੈਂਸ ਉਹ ਫੇਸ ਡਿਫਰੈਂਸ ਕਿੰਨਾ ਹੁੰਦਾ, λ/2 ਹੁੰਦਾ, P1 ਮਾਈਨਸ P2 ਇਕੁਅਲ ਟੂ λ/2, ਮਤਲਬ ਹਾਫ ਆਫ ਦਾ ਵੇਵ ਲੈਂਥ। ਠੀਕ ਹੈ, ਇਹਦੇ ਵਿੱਚ ਇਹੀ ਆਪਾਂ ਨੂੰ ਇਹਦੇ ਪੁੱਛਿਆ ਹੋਇਆ ਸੀ। ਕੰਸਟਰਕਟਿਵ ਇੰਟਰਫੇਰੈਂਸ ਕੀ ਹੁੰਦੇ, ਇੰਟੀਜ਼ਰ ਫਾਰਮ 'ਚ ਹੁੰਦੇ ਆ, ਅਤੇ ਫੇਸ ਡਿਫਰੈਂਸ ਅਤੇ ਡਿਸਟਰਕਟਿਵ ਇੰਟਰਫੇਰੈਂਸ 'ਚ ਓਡ ਨੰਬਰ ਆਫ ਹਾਫ ਵੇਵ ਲੈਂਥ ਹੁੰਦੇ ਆ। ਠੀਕ ਹੈ, ਧਿਆਨ 'ਚ ਰੱਖਣਾ ਇੰਪੋਰਟੈਂਟ ਹੈ। ਨਾਓ ਨੈਕਸਟ ਕੁਐਸਚਨ ਹੈ, ਟੂ ਲਾਈਟ ਸੋਰਸਿਸ ਆਰ ਸੈਡ ਟੂ ਬੀ ਕੋਹਰੈਂਟ ਇਫ ਦੇ ਹੈਵ ਕੌਂਸਟੈਂਟ ਫੇਸ ਡਿਫਰੈਂਸ ਐਂਡ ਦਾ ਸੇਮ ਫ੍ਰੀਕੁਐਂਸੀ। ਇਹਦੇ ਵਿੱਚ ਪੁੱਛਿਆ ਹੋਇਆ ਸੀ ਆਪਣੇ ਕੋਲ ਕੋਈ ਦੋ ਲਾਈਟ ਸੋਰਸਿਸ ਉਹਨਾਂ ਨੂੰ ਕਦੋਂ ਆਪਾਂ ਕੋਹਰੈਂਟ ਸੋਰਸਿਸ ਆਫ ਲਾਈਟ ਕਹਾਂਗੇ। ਕੋਈ ਵੀ ਦੋ ਲਾਈਟ ਸੋਰਸਿਸ ਨੂੰ ਆਪਾਂ ਕੋਹਰੈਂਟ ਸੋਰਸਿਸ ਆਫ ਲਾਈਟ ਤਾਂ ਹੀ ਕਹਿ ਸਕਦੇ ਹਾਂ ਜੇ ਉਹਨਾਂ ਵਿੱਚ ਕੌਂਸਟੈਂਟ ਫੇਸ ਡਿਫਰੈਂਸ ਹੋਵੇ ਅਤੇ ਸੇਮ ਫ੍ਰੀਕੁਐਂਸੀ ਹੋਵੇ, ਇਸ ਕਰਕੇ ਉਹਨਾਂ ਨੂੰ ਕਹਾਂਗੇ ਆਪਾਂ ਕੋਹਰੈਂਟ ਸੋਰਸਿਸ ਆਫ ਲਾਈਟ। ਨੈਕਸਟ ਕੁਐਸਚਨ ਹੈ ਨਾਓ ਕ੍ਰਿਸਟੋਗ੍ਰਾਫਿਕ ਨੋਟੇਸ਼ਨ UVW ਰਿਪਰਜੈਂਟ। ਇਹਦੇ ਵਿੱਚ ਆਪਾਂ ਪੁੱਛਿਆ ਜਿਹੜੇ ਨੋਟੇਸ਼ਨਸ ਨੇ UVW ਬ੍ਰੈਕਟਸ, ਇਹ ਕੀ ਰਿਪਰਜੈਂਟ ਕਰਦੇ, ਇਹ ਆਪਾਂ ਨੂੰ ਡਾਇਰੈਕਸ਼ਨ ਕੋਸਾਈਨਸ ਰਿਪਰਜੈਂਟ ਕਰਦੇ ਆ। ਠੀਕ ਹੈ, ਡਾਇਰੈਕਸ਼ਨਸ ਰਿਪਰਜੈਂਟ ਕਰਦੇ ਇੱਕ ਤਰ੍ਹਾਂ ਨਾਲ। ਨਾਓ ਨੈਕਸਟ ਵਨ, ਥੋੜ੍ਹੇ ਜਿਹੇ ਟਰਮਸ ਨੇ ਇੰਪੋਰਟੈਂਟ ਨੇ, ਇੱਕ ਟਰਮ ਆਈ ਹੋਈ ਆ ਔਰਥੋਰੋਮਬਿਕ ਆਪਣੇ ਪੇਪਰ 'ਚ ਆਈ ਹੋਈ ਆ, ਆਪਾਂ ਸਾਰੀਆਂ ਟਰਮ ਡਿਸਕਸ ਕਰਾਂਗੇ 1 ਬਾਏ 1। ਸਭ ਤੋਂ ਪਹਿਲੀ ਹੈਗੀ ਟਰਾਈਕਲਿਨਿਕ। ਟਰਾਈਕਲਿਨਿਕ ਕੀ ਕਿਹੜੀ ਮਤਲਬ ਹੁੰਦਾ 3 ਅਨਇਕੁਅਲ ਐਕਸਿਸ ਵਿਦ ਓਬਲੀਕ ਐਂਗਲਸ। ਹੁਣ ਇਹਦੇ ਵਿੱਚ ਐਂਗਲ ਉਹੀ ਹੁੰਦਾ ਐਕਸਿਸ ਦੇ ਹਿਸਾਬ ਨਾਲ ਚੱਲਦਾ, XYZ ਜਿਵੇਂ 3 ਐਕਸਿਸ ਲੈ ਕੇ ਚੱਲਦੇ ਆ। ਟਰਾਈਕਲਿਨਿਕ 'ਚ ਹੁੰਦਾ 3 ਅਨਇਕੁਅਲ ਐਕਸਿਸ ਅਨਇਕੁਅਲ ਹੁੰਦੇ ਆ ਅਤੇ ਓਬਲੀਕ ਐਂਗਲਸ ਹੁੰਦੇ ਆ ਓਬਲੀਕ ਉਹਨਾਂ ਵਿੱਚ। ਮੋਨੋਕਲਿਨਿਕ 'ਚ ਹੁੰਦਾ 3 ਅਨਇਕੁਅਲ ਐਕਸਿਸ ਇਹ 'ਚ ਵੀ ਹੁੰਦੇ ਆ ਬਟ 2 ਆਰ ਇਨਕਲਾਈਨ ਟੂ ਵਨ ਅਨਦਰ ਐਂਡ ਥਰਡ ਇਜ਼ ਪਰਪੈਂਡੀਕੂਲਰ। ਦੋ ਤਾਂ ਇੱਕ ਦੂਜੇ ਇਨਕਲਾਈਨ ਹੁੰਦੇ ਆ ਅਤੇ ਥਰਡ ਕੀ ਹੁੰਦਾ ਪਰਪੈਂਡੀਕੂਲਰ। ਔਰਥੋਰੋਮਬਿਕ ਆਪਾਂ ਨੂੰ ਪੇਪਰ 'ਚ ਆਇਆ ਸੀ ਲਾਸਟ ਈਅਰ 'ਚ। ਔਰਥੋਰੋਮਬਿਕ 'ਚ ਹੁੰਦਾ 3 ਮਿਊਚੁਅਲੀ ਪਰਪੈਂਡੀਕੂਲਰ ਐਕਸਿਸ ਆਫ ਡਿਫਰੈਂਟ ਲੈਂਥ। ਇਹਦੇ ਵਿੱਚ ਕੀ ਹੁੰਦਾ 3 ਮਿਊਚੁਅਲੀ ਪਰਪੈਂਡੀਕੂਲਰ ਇੱਕ ਦੂਜੇ ਪਰਪੈਂਡੀਕੂਲਰ ਹੁੰਦੇ ਐਕਸਿਸ ਡਿਫਰੈਂਟ ਲੈਂਥ। ਟੈਟਰਾਗੋਨਲ 'ਚ ਕੀ ਹੁੰਦਾ 3 ਮਿਊਚੁਅਲੀ ਪਰਪੈਂਡੀਕੂਲਰ ਐਕਸਿਸ 2 ਆਰ ਇਕੁਅਲ ਐਂਡ ਥਰਡ ਇਜ਼ ਸ਼ੋਰਟਰ। ਠੀਕ ਹੈ, ਹੈਕਸਾਗੋਨਲ 'ਚ ਕੀ ਹੁੰਦਾ 3 ਇਕੁਅਲ ਹੋਰੀਜ਼ੋਨਟਲ ਐਕਸਿਸ ਐਂਡ 4th ਪਰਪੈਂਡੀਕੂਲਰ ਟੂ ਡਿਫਰੈਂਟ ਲੈਂਥਸ। ਕਿਊਬਿਕ 'ਚ 3 ਪਰਪੈਂਡੀਕੂਲਰ ਐਕਸਿਸ ਆਫ ਇਕੁਅਲ ਲੈਂਥ। ਇਸ ਤਰ੍ਹਾਂ ਹੀ ਆਪਾਂ ਨੂੰ ਸਾਰੇ ਯਾਦ ਕਰਨੇ ਪੈਣਗੇ। ਠੀਕ ਹੈ, ਨਾਓ ਨੈਕਸਟ ਹੈ ਕਹਿੰਦੇ ਇਹਦੇ ਵਿੱਚ ਕੀ ਸੀ, ਬੀਟਾ ਗਿਵਨ ਸੀ ਆਪਾਂ ਨੂੰ ਅਤੇ ਅਲਫਾ। ਬੀਟਾ ਅਲਫਾ ਕੀ ਹੈ, ਉਹ 'ਚ ਅਮੀਟਰ ਕਰੰਟ ਇਹ ਉਹ 'ਚ ਆ ਗਿਆ ਆਪਣਾ ਇਲੈਕਟ੍ਰੋਨਿਕਸ ਦਾ ਕੁਐਸਚਨ ਹੈ। ਬੀਟੇ ਦੀ ਵੈਲਿਊ ਹੁੰਦੀ ਹੈ IC/IB, ਕਰੰਟ ਇਨ ਕਲੈਕਟਰ ਡਿਵਾਈਡ ਬਾਈ ਕਰੰਟ ਇਨ ਬੇਸ, ਕਰੰਟ ਇਨ ਕਲੈਕਟਰ ਡਿਵਾਈਡ ਬਾਈ ਕਰੰਟ ਇਨ ਅਮੀਟਰ। ਆਪਾਂ ਨੂੰ ਪਤਾ ਜਿਹੜਾ ਅਮੀਟਰ ਕਰੰਟ ਹੁੰਦਾ ਉਹ ਕਲੈਕਟਰ ਕਰੰਟ ਪਲੱਸ ਬੇਸ ਕਰੰਟ ਦੇ ਬਰਾਬਰ ਹੁੰਦਾ। ਠੀਕ ਹੈ, ਕਿਵੇਂ ਦੇਖੋ, ਜਿਵੇਂ ਇਸ ਤਰ੍ਹਾਂ ਹੁੰਦਾ ਇਹਦੇ ਵਿੱਚ ਆਪਣਾ ਜੰਕਸ਼ਨ। ਠੀਕ ਹੈ, ਆ ਕੀ ਹੋਗਾ ਆਪਣਾ ਬੇਸ, ਨੀਚੇ ਅਮੀਟਰ, ਇੱਥੇ ਐਰੋ ਲਗਾਏ ਨੇ ਆਪਾਂ, ਉੱਪਰ ਕੀ ਹੋ ਗਿਆ ਕਲੈਕਟਰ। ਜਿਹੜਾ ਇੱਧਰੋਂ ਅਮੀਟਰ ਦਾ ਕਰੰਟ ਹੁੰਦਾ IE ਉਹ ਦੋ 'ਚ ਟੁੱਟ ਜਾਂਦਾ IB 'ਚ ਅਤੇ IC 'ਚ। ਠੀਕ ਹੈ, ਇਹ ਜੰਕਸ਼ਨ ਹੁੰਦਾ ਇਹਦੇ ਵਿੱਚ ਇਸ ਤਰ੍ਹਾਂ ਟੁੱਟਦਾ। ਠੀਕ ਹੈ, ਰਿਲੇਸ਼ਨ ਤੁਸੀਂ ਯਾਦ ਰੱਖਣਾ IC ਅਪੋਨ ਆਪਾਂ ਸਾਰੀ ਇਕੁਏਸ਼ਨ ਨੂੰ, ਹੁਣ ਦੇਖੋ ਸਾਰੀ ਇਕੁਏਸ਼ਨ ਨੂੰ ਆਪਾਂ ਡਿਵਾਈਡ ਕਰ ਸਕਦੇ ਹਾਂ ਇਹਨੂੰ, ਅਲਫਾ ਬੀਟਾ ਆ ਜੂਗਾ ਇਹਦੇ ਵਿੱਚ ਆਪਣਾ ਮਤਲਬ ਆਪਾਂ ਕੀ ਕੀਤਾ ਇਹਦੇ ਵਿੱਚ IC ਇਕੁਅਲ ਟੂ IC ਪਲੱਸ IC। IB ਦੀ ਵੈਲਿਊ ਕੱਢ ਕੇ ਉੱਪਰੋਂ ਪੁੱਟ ਕੀਤੀ, IB ਅਤੇ IE ਦੀ ਵੈਲਿਊ ਆਪਾਂ ਉਰੋਂ ਕੱਢ ਕੇ ਪੁੱਟ ਕਰਤੀ ਇਹਦੇ ਵਿੱਚ। IE ਦੀ ਵੈਲਿਊ ਤਾਂ ਉਰੋਂ ਕੱਢ ਲਈ ਆਪਾਂ, IE ਦੀ ਵੈਲਿਊ ਕਿੰਨੀ ਆ ਜੂਗੀ IC ਅਪੋਨ ਅਲਫਾ, ਇਹ ਆਪਾਂ ਉਰੇ ਪੁੱਟ ਕਰਤੀ ਅਤੇ ਉਰੋਂ IB ਦੀ ਵੈਲਿਊ ਆ ਜੂਗੀ, IB ਦੀ ਵੈਲਿਊ ਕਿੰਨੀ ਆ ਜੂ ਆਪਣੇ ਲਵੇ IC ਅਪੋਨ ਬੀਟਾ। ਇਹ ਵਿੱਚ ਵੈਲਿਊਜ਼ ਪੁੱਟ ਕਰਤੀਆਂ। ਹੁਣ ਜੋ ਉੱਪਰੋਂ ਆਪਾਂ IC ਕੋਮਨ ਕੱਢ ਲਾਂਗੇ, IC ਨਾਲ IC ਕੈਂਸਲ ਹੋ ਜੂਗਾ, ਇਹ ਜੋ ਕੋਮਨ ਕੱਢਾਂਗੇ ਆਪਾਂ 1/α ਇਕੁਅਲ ਟੂ 1 + 1/β, 1/α ਇਕੁਅਲ ਟੂ 1 + β/β, ਅਲਫਾ ਇਕੁਅਲ ਟੂ β/β + 1। ਇਹਦਾ ਉੱਪਰ ਰਿਲੇਸ਼ਨ ਪਤਾ ਲੱਗ ਗਿਆ ਅਲਫਾ ਅਤੇ ਬੀਟਾ ਵਿੱਚ। ਠੀਕ ਹੈ, ਇਹੀ ਕੀ ਸੀ ਆਪਣਾ ਆਨਸਰ। ਨੈਕਸਟ ਕੁਐਸਚਨ ਕਹਿੰਦੇ ਪਾਰਟੀਕਲ ਆਰ ਡਿਸਟਰੀਬਿਊਟਡ ਬਿਟਵੀਨ ਜਸਟ 2 ਸਟੇਟਸ ਹੈਵਿੰਗ ਐਨਰਜੀ ਡਿਫਰੈਂਸ ਐਪਸਾਈਲਨ ਐਂਡ ਗਿਵਨ KT ਇਜ਼ ਇਕੁਅਲ ਟੂ E, ਫਾਈਂਡ ਫਰੈਕਸ਼ਨ ਐਟ ਹਾਇਰ ਸਟੇਟ। ਆਪਾਂ ਕੀ ਕਰਨਾ, ਇਹ ਫਰੈਕਸ਼ਨ ਪਤਾ ਕਰਨੀ ਹੈ ਹਾਇਰ ਸਟੇਟ 'ਤੇ। ਹੁਣ ਦੇਖੋ ਇਹਦੇ ਵਿੱਚ ਲੋਜ਼ ਨੇ ਕੁਛ ਕੁ ਆਪਾਂ ਨੂੰ ਖੁਦ ਇਹਦੇ ਨਾਲ ਰਿਜ਼ਲਟ ਯਾਦ ਰੱਖਣੇ ਪੈਣਗੇ।
ਅਕੋਰਡਿੰਗ ਟੂ ਬੋਲਟਜ਼ਮੈਨ ਡਿਸਟ੍ਰੀਬਿਊਸ਼ਨ ਲੋ ਹੈ P ਇਜ਼ ਡਾਇਰੈਕਟਿਵ ਪ੍ਰੋਪੋਰਸ਼ਨਲ ਟੂ E ਦੀ ਪਾਵਰ ਮਾਈਨਸ ਐਪਸਾਈਲਨ ਅਪੋਨ KT। ਹੁਣ ਦੇਖੋ ਇਹਦੇ ਵਿੱਚ P ਕੀ ਹੈ, P ਤਾਂ ਹੈਗੀ ਹੈ ਪ੍ਰੋਬੇਬਿਲਿਟੀ, ਅਤੇ ਐਪਸਾਈਲਨ ਕੀ ਹੈ, એનર્ਜੀ ਐਟ ਆਈ ਸਟੇਟ। ਠੀਕ ਹੈ, K ਅਤੇ T ਬਾਰੇ ਤੁਹਾਨੂੰ ਪਤਾ ਹੀ ਹੋਊਗਾ। ਅਤੇ PI ਅਪੋਨ PJ, ਅਤੇ ਕੱਲ੍ਹ ਲਿਖ ਸਕਦੇ ਹਾਂ ਆਪਾਂ ਇਜ਼ ਇਕੁਅਲ ਟੂ E ਦੀ ਪਾਵਰ EG ਮਾਈਨਸ EI ਅਪੋਨ KT। EJ ਮਾਈਨਸ EI ਕੀ ਹੋ ਗਿਆ, એનર્ਜੀ ਡਿਫਰੈਂਸ ਹੋ ਗਿਆ ਦੋ ਸਟੇਟਸ ਦੇ ਵਿੱਚ। ਨਾਓ PI ਅਪੋਨ PG ਇਜ਼ ਇਕੁਅਲ ਟੂ E ਅਪੋਨ E। ਠੀਕ ਹੈ, E1 PI ਇਜ਼ ਇਕੁਅਲ ਟੂ PJ ਇਜ਼ ਇਕੁਅਲ ਟੂ E ਫਰੈਕਸ਼ਨ ਆਫ ਹਾਇਰ ਸਟੇਟ। ਇਹਨੂੰ ਕਹਿੰਦੇ ਆਪਾਂ ਫਰੈਕਸ਼ਨ ਆਫ ਹਾਇਰ ਸਟੇਟ, ਇਹੀ ਆਪਾਂ ਨੂੰ ਇਹਦੇ ਵਿੱਚ ਪੁੱਛਿਆ ਹੋਇਆ ਸੀ। ਇਹਦਾ ਰਿਲੇਸ਼ਨ ਹੈ, ਥੋੜ੍ਹਾ ਯਾਦ ਰੱਖਣਾ ਪਊ ਇਹਨੂੰ। ਨੈਕਸਟ ਵਨ ਨੁਮੈਰੀਕਲ ਹੈ, ਕਹਿੰਦੇ ਲੈਮਡਾ ਮੈਕਸਿਮਮ ਕਿੰਨਾ ਮਾਈਕਰੋਮੀਟਰ ਹੈ, ਮਤਲਬ 10⁻⁶ ਮੀਟਰ ਐਟ ਟੈਂਪਰੇਚਰ 2897 ਕੈਲਵਿਨ। ਲੈਮਡਾ ਅਤੇ ਵੇਵਲੈਂਥ ਕੀ ਹੈ, ਚੇਂਜ ਕਰ ਰਹੀ ਹੈ, ਚੇਂਜਿਸ ਟੂ 5000 ਆਰਮਸਟਰੋਂਗ, ਮਤਲਬ 5000 × 10⁻10 ਮੀਟਰ। ਅਕੋਰਡਿੰਗ ਟੂ ਵੀਨਸ ਡਿਸਪਲੇਸਮੈਂਟ ਲੋ, ਵੀਨਸ ਡਿਸਪਲੇਸਮੈਂਟ ਲੋ ਦੇ ਅਕੋਰਡਿੰਗ ਹੁੰਦਾ ਲੈਮਡਾ ਟੀ ਇਜ਼ ਇਕੁਅਲ ਟੂ, ਹਮੇਸ਼ਾ ਇਹ ਕੀ ਹੁੰਦਾ, ਕੌਂਸਟੈਂਟ ਹੁੰਦਾ। ਹੁਣ ਦੇਖੋ ਲੈਮਡਾ ਗਿਵਨ ਆਪਾਂ ਨੂੰ, ਲੈਮਡਾ ਦੀ ਵੈਲਿਊ ਕਿੰਨੀ 10⁻⁶, ਅਤੇ ਟੈਂਪਰੇਚਰ ਵੀ ਗਿਵਨ ਹੈ 2897 ਇਜ਼ ਇਕੁਅਲ ਟੂ K। ਉਰੋਂ ਆਪਾਂ K ਦੀ ਵੈਲਿਊ ਕੱਢ ਸਕਦੇ ਹਾਂ, K ਦੀ ਵੈਲਿਊ ਉਰੋਂ ਨਿਕਲ ਜੂਗੀ। ਠੀਕ ਹੈ, ਬਾਅਦ ਚੋਂ ਆਪਾਂ ਵੀਨਸ ਡਿਸਪਲੇਸਮੈਂਟ ਲਾਵਾਂਗੇ, ਡੈਲਟਾ ਟੀ ਇਜ਼ ਇਕੁਅਲ ਟੂ ਕੌਂਸਟੈਂਟ, ਲੈਮਡਾ ਟੀ ਇਜ਼ ਇਕੁਅਲ ਟੂ ਕੌਂਸਟੈਂਟ। ਲੈਮਡਾ ਦੀ ਵੈਲਿਊ ਪਤਾ ਆਪਾਂ ਨੂੰ, T ਦੀ ਵੈਲਿਊ ਉਰੋਂ ਕੱਢ ਲਾਂਗੇ, ਕਿੰਨਾ ਆਜੂ 5794 ਕੈਲਵਿਨ ਆਊਗਾ। ਇਹਦੇ ਵਿੱਚ ਕੀ ਹੈ ਨਾ, ਦੋ ਰਿਲੇਸ਼ਨ ਨੇ। ਦੇਖੋ ਹੁਣ ਆਪਾਂ ਨੂੰ ਕੀ ਹੈ, ਪਹਿਲਾ ਟੈਂਪਰੇਚਰ ਕਿੰਨਾ ਸੀ, 2897 ਕੈਲਵਿਨ ਸੀ। ਵੇਵਲੈਂਥ ਚੇਂਜ ਕਰਤੀ ਇਹਨਾਂ ਨੇ 5000 ਆਰਮਸਟਰੋਂਗ 'ਤੇ। ਪਹਿਲਾਂ ਵੇਵਲੈਂਥ ਹੈਗੀ ਸੀ 10⁻⁶ ਮੀਟਰ, ਇਸ ਕਰਕੇ ਟੈਂਪਰੇਚਰ ਚੇਂਜ ਆਊਗਾ। ਆਪਾਂ ਟੈਂਪਰੇਚਰ ਚੇਂਜ ਪਤਾ ਕਰਨਾ ਸੀ, ਟੈਂਪਰੇਚਰ ਆਫ ਬਲੈਕ ਬੋਡੀ ਕਿੰਨਾ ਆਜੂ 5794 ਕੈਲਵਿਨ ਆਜੂਗਾ ਇਹਦੇ ਵਿੱਚ ਸੋਲਵ ਕਰਕੇ। ਨੈਕਸਟ ਵਨ ਸਿੱਧੀ ਪੁੱਛਿਆ ਹੋਇਆ ਸੀ ਆਪਣੇ ਸਟੀਫਨਸ ਲੋ ਆਫ ਬਲੈਕ ਬੋਡੀ ਰੇਡੀਏਸ਼ਨ, ਇਹਨੂੰ ਫੋਰਥ ਪਾਵਰ ਲੋ ਵੀ ਕਹਿੰਦੇ। ਸਟੀਫਨਸ ਲੋ ਦਾ ਰਿਜ਼ਲਟ ਕੀ ਹੈ, E ਇਜ਼ ਇਕੁਅਲ ਟੂ σT ਦੀ ਪਾਵਰ 4। ਨੈਕਸਟ ਵਨ ਹੈਗਾ ਫਰਮੀ ਡਿਰਾਕ ਡਿਸਟ੍ਰੀਬਿਊਸ਼ਨ ਲੋ, ਇਟ ਇਜ਼ ਅਪਲਾਈਡ ਟੂ ਹਾਫ ਇੰਟੈਗਰਲ ਸਪਿਨ, ਐਗਜ਼ਾਮਪਲ ਇਲੈਕਟ੍ਰੋਨਸ, ਪ੍ਰੋਟੋਨ, ਨਿਊਟਰੋਨ। ਜਿਹੜਾ ਫਰਮੀ ਡਿਰਾਕ ਡਿਸਟ੍ਰੀਬਿਊਸ਼ਨ ਲੋ ਹੈ, ਇਹ ਸਿਰਫ ਹਾਫ ਇੰਟੈਗਰਲ ਸਪਿਨ ਵਾਲੇ ਦੀ ਅਪਲਾਈ ਹੁੰਦਾ ਹੈ ਪਾਰਟੀਕਲਸ ਦੇ, ਐਗਜ਼ਾਮਪਲ ਇਲੈਕਟ੍ਰੋਨ, ਪ੍ਰੋਟੋਨ ਅਤੇ ਨਿਊਟਰਨ ਲੈ ਸਕਦੇ ਹਾਂ। ਐਨਰਜੀ ਗਿਵਨ ਹੈ, ਇਹਦਾ ਫਾਰਮੂਲਾ ਹੈ ਫਰਮੀ ਐਨਰਜੀ ਦਾ, NI/GI ਇਜ਼ ਇਕੁਅਲ ਟੂ ਦਿਸ, ਐਂਡ ਬੀਟਾ ਅਤੇ ਅਲਫਾ ਦੀ ਵੈਲਿਊ ਵੀ ਗਿਵਨ ਹੈ ਇਹ 'ਚ। ਠੀਕ ਹੈ, ਇਹ ਰਿਲੇਸ਼ਨ ਤੁਹਾਨੂੰ ਯਾਦ ਰੱਖਣਾ ਪਊ ਇਹਦੇ ਵਿੱਚ। ਨੈਕਸਟ ਵਨ ਹੈਗਾ, ਕਹਿੰਦੇ ਬੋਸ-ਆਈਨਸਟਾਈਨ ਸਟੈਟਿਕਸ ਕੈਨ ਬੀ ਅਪਲਾਈਡ ਟੂ ਦੋਜ਼ ਪਾਰਟੀਕਲ ਵਿਚ ਆਰ ਹੈਵਿੰਗ ਇੰਟੈਗਰਲ ਸਪਿਨ। ਇਹਦੇ ਵਿੱਚ ਪੁੱਛਿਆ ਹੋਇਆ ਸੀ ਕਿ ਬੋਸ-ਆਈਨਸਟਾਈਨ ਕਿੱਥੇ ਅਪਲਾਈ ਕਰ ਸਕਦੇ ਆਪਾਂ। ਬੋਸ-ਆਈਨਸਟਾਈਨ ਸਟੈਟਿਕਸ ਕੈਨ ਬੀ ਅਪਲਾਈਡ ਟੂ ਦੋਜ਼ ਪਾਰਟੀਕਲਸ ਵਿਚ ਆਰ ਹੈਵਿੰਗ ਇੰਟੈਗਰਲ ਸਪਿਨ। ਇਹ ਜਿਵੇਂ ਆਪਾਂ ਦੇਖੋ ਫਰਮੀ ਡਿਰਾਕ ਡਿਸਟ੍ਰੀਬਿਊਸ਼ਨ ਲੋ ਕੀ ਸੀ, ਉਹਨਾਂ ਦੀ ਅਪਲਾਈ ਕਰ ਸਕਦੇ ਹਾਂ ਸਿਰਫ ਜਿਨ੍ਹਾਂ ਦੀ ਹਾਫ ਇੰਟੈਗਰਲ ਸਪਿਨ ਹੋਵੇ, ਇਲੈਕਟ੍ਰੋਨ, ਪ੍ਰੋਟੋਨ, ਨਿਊਟਰੋਨ। ਅਤੇ ਬੋਸ-ਆਈਨਸਟਾਈਨ ਸਟੈਟਿਕ ਕਿਤੇ ਅਪਲਾਈ ਕਰ ਸਕਦੇ ਹਾਂ, ਜਿਨ੍ਹਾਂ ਦੀ ਇੰਟੈਗਰਲ ਸਪਿਨ ਹੋਵੇ, ਐਗਜ਼ਾਮਪਲ ਫੋਟੋਨਸ ਐਂਡ ਫੋਨੋਨਸ, ਇਹਨਾਂ ਨੂੰ ਬੋਜ਼ੋਨਸ ਵੀ ਕਹਿੰਦੇ ਆ। ਠੀਕ ਹੈ, ਓਕੇ ਗਾਈਜ਼, ਅੱਜ ਤੱਕ ਦਾ ਸੈਸ਼ਨ ਆਪਣਾ ਉਰੇ ਤੱਕ ਸੀ। ਫਿਰ ਅੱਗੇ ਆਪਾਂ ਇਸ ਤਰ੍ਹਾਂ ਹੀ ਸੋਲਵ ਕਰਦੇ ਰਹਾਂਗੇ ਪ੍ਰੀਵੀਅਸ ਈਅਰ ਪੇਪਰ, ਹੋਰ ਪਾਰਟ ਬਣਾਵਾਂਗੇ। ਇਹਦੇ ਫਸਟ ਪਾਰਟ ਸੀ ਆਪਣਾ ਫਿਜ਼ਿਕਸ ਦੇ ਪ੍ਰੀਵੀਅਸ ਈਅਰ ਕੁਐਸਚਨ ਦਾ ਫॉर ਮਾਸਟਰ ਕੈਡਰ। ਜੇ ਵੀਡੀਓ ਵਧੀਆ ਲੱਗੀ ਹੋਏ, ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ। ਅਤੇ ਜੇ ਤੁਸੀਂ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰੋ, ਤਾਂ ਕਿ ਵੀਡੀਓਜ਼ ਤੁਹਾਨੂੰ ਨੋਟੀਫਿਕੇਸ਼ਨ ਮਿਲ ਸਕੇ। ਓਕੇ ਗਾਈਜ਼, ਥੈਂਕ ਯੂ।